ਸਿੱਖ ਪਰਿਵਾਰ ਵਿੱਚ ਜਨਮ ਹੋਇਆ। ਬਚਪਨ ਤੋਂ ਹੀ ਬਹੁਤ ਪੂਜਾ ਪਾਠ ਸੁਣੇ ਨੇ, ਉਹਨਾਂ ਦਾ ਉਚਾਰਨ ਸੁਣਿਆ ਹੈ, ਪਰ ਇੱਕ ਗੱਲ ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ਕਿ ਜਿਨ੍ਹਾਂ ਮੰਤਰਾਂ ਦਾ ਅਰਥ ਸੁਣਨ ਵਾਲੇ ਨੂੰ ਤਾਂ ਛੱਡੋ, ਸ਼ਾਇਦ ਬੋਲਣ ਵਾਲੇ ਨੂੰ ਵੀ ਨਹੀਂ ਪਤਾ। ਜੋ ਕੇਵਲ ਸੁਣਦਾ ਹੈ ਪੱਕੇ ਤੌਰ 'ਤੇ ਉਸਨੂੰ ਤਾਂ ਪਤਾ ਹੀ ਨਹੀਂ ਕਿ ਇਸ ਦਾ ਅਰਥ ਕੀ ਹੈ। ਉਹਨਾਂ ਮੰਤਰਾਂ ਨੂੰ ਇਕੱਲਾ ਸੁਣਨ ਨਾਲ ਲਾਭ ਕੀ ਹੋ ਰਿਹਾ ਹੋਵੇਗਾ। ਬਚਪਨ ਵਿੱਚ ਬਹੁਤ ਤਾਂਘ ਰਹਿੰਦੀ ਸੀ ਕਿ ਇਹਨਾਂ ਮੰਤਰਾਂ ਦੇ ਪਾਠ ਦੇ ਮਤਲਬ ਮੰਤਰ ਪੜ੍ਹਨ ਵਾਲੇ ਨੂੰ, ਪਾਠ ਕਰਨ ਵਾਲੇ ਨੂੰ ਪੁੱਛਾਂ ਕਿ ਇਸ ਦਾ ਮਤਲਬ ਕੀ ਹੈ, ਦੱਸੋ। ਕੁਝ ਚੰਗੇ ਸੀ ਸੁਣਾ ਦਿੰਦੇ ਸੀ, ਕੁਝ ਟਾਲ ਜਾਂਦੇ ਸੀ ਤੇ ਕੁਝ ਚਿੜ ਵੀ ਜਾਂਦੇ ਸੀ। ਜਿਹੜੇ ਟਾਲ ਜਾਂਦੇ ਸੀ ਤੇ ਚਿੜ ਵੀ ਜਾਂਦੇ ਸੀ, ਇਹ ਉਹੀ ਨੇ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਇਸ ਦਾ ਮਤਲਬ ਕੀ ਹੈ, ਇਹਨਾਂ ਮੰਤਰਾਂ ਦਾ ਮਤਲਬ ਕੀ ਹੈ, ਇਹਨਾਂ ਸ਼ਲੋਕਾਂ ਦਾ ਮਤਲਬ ਕੀ ਹੈ। ਪਰ ਇੱਕ ਗੱਲ ਤਾਂ ਮੈਂ ਜਾਣਦਾ ਹਾਂ, ਇਤਿਹਾਸ ਦੇ ਮੰਤਰ, ਵਿਚਾਰ, ਸ਼ਲੋਕ, ਸ਼ਾਸਤਰ, ਗ੍ਰੰਥ ਬਹੁਤ ਕੀਮਤੀ ਨੇ। ਉਹ ਤੁਹਾਡੀ ਚੇਤਨਾ ਨੂੰ ਉਚਾਈ ਦੇ ਸਕਦੇ ਨੇ, ਪਰ ਸਿਰਫ ਉਦੋਂ ਜਦੋਂ ਤੁਹਾਨੂੰ ਉਸਦਾ ਅਰਥ ਪਤਾ ਹੋ। ਜੇਕਰ ਅਰਥ ਪਤਾ ਨਹੀਂ ਤੇ ਤੁਸੀਂ ਉਸਨੂੰ ਦੁਹਰਾਏ ਜਾਂਦੇ ਹੋ, ਰੱਟੇ ਜਾਂਦੇ ਹੋ, ਤਾਂ ਭੁੱਲ ਜਾਓ ਕਿ ਮੰਤਰਾਂ ਤੇ ਪਾਠਾਂ ਦੀ ਧੁਨੀ ਤੁਹਾਡੇ ਕੰਨਾਂ 'ਤੇ ਪਵੇਗੀ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ। ਜਾਂ ਤੁਸੀਂ ਸਵਰਗ ਚਲੇ ਜਾਓਗੇ, ਜਾਂ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਕੇਵਲ ਧੁਨੀ ਸੁਣਨ ਨਾਲ ਇਹ ਸੰਭਵ ਨਹੀਂ। ਜੇਕਰ ਕਿਸੇ ਧੁਨੀ ਨਾਲ ਹੀ ਲਾਭ ਹੁੰਦਾ ਤਾਂ ਕਿਸੇ ਭਾਸ਼ਾ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ? ਭਾਸ਼ਾ 'ਚ ਪਾਠ ਕਿਉਂ ਲਿਖਿਆ ਜਾਂਦਾ? ਭਾਸ਼ਾ 'ਚ ਮੰਤਰ ਕਿਉਂ ਲਿਖੇ ਜਾਂਦੇ? ਇਸ ਲਈ ਧੁਨੀ ਸੁਣਨਾ ਹੀ ਕਾਫੀ ਨਹੀਂ। ਜੋ ਮੰਤਰ ਨੇ ਉਹ ਕਿਸੇ ਭਾਸ਼ਾ ਵਿੱਚ ਲਿਖੇ ਗਏ ਨੇ। ਉਹਨਾਂ ਮੰਤਰਾਂ ਦੇ ਕਈ ਅਰਥ ਨੇ। ਉਹ ਅਰਥ ਇਸ ਕਰਕੇ ਹੀ ਨੇ ਕਿ ਉਹਨਾਂ ਦਾ ਸਾਨੂੰ ਗਿਆਨ ਹੋ। ਇਸ ਕਰਕੇ ਸ਼ਲੋਕ, ਪਾਠ, ਮੰਤਰ ਕੇਵਲ ਦੁਹਰਾਇਆ ਨਾ ਕਰੋ, ਕਿਉਂਕਿ ਉਹ ਸ਼ਲੋਕ ਬਹੁਤ ਕੀਮਤੀ ਸ਼ਲੋਕ ਨੇ। ਉਸਦਾ ਮਤਲਬ ਪਤਾ ਕਰੋ, ਉਸਦੇ ਅਰਥ ਜਾਣਨ ਦੀ ਕੋਸ਼ਿਸ਼ ਕਰੋ। ਇਹ ਅੰਧ ਵਿਸ਼ਵਾਸ ਤਾਂ ਬਿਲਕੁਲ ਹੀ ਛੱਡ ਦਿਓ ਕਿ ਸ਼ਲੋਕਾਂ ਦੀ ਧੁਨੀ ਨਾਲ ਤੁਹਾਨੂੰ ਕੋਈ ਫਾਇਦਾ ਹੋਵੇਗਾ, ਭਲੇ ਹੀ ਤੁਹਾਨੂੰ ਉਹਨਾਂ ਦਾ ਅਰਥ ਹੀ ਨਹੀਂ ਪਤਾ ਹੋ। ਅਤੇ ਜੇਕਰ ਤੁਹਾਡੇ ਸਾਹਮਣੇ ਕੋਈ ਮੰਤਰ ਉਚਾਰਨ ਕਰੇ, ਭਾਵੇਂ ਉਹ ਸੰਸਕ੍ਰਿਤ ਭਾਸ਼ਾ ਦਾ ਹੀ ਕਿਉਂ ਨਾ ਹੋ, ਤਾਂ ਤੁਰੰਤ ਹੱਥ ਜੋੜ ਕੇ ਉਸਨੂੰ ਆਖੋ ਕਿ ਸਾਨੂੰ ਇਸਦੇ ਅਰਥ ਦੱਸੋ। ਜੇਕਰ ਅਰਥ ਸਪਸ਼ਟ ਨਹੀਂ ਹਨ ਤਾਂ ਉਹ ਕੇਵਲ ਰਟਨ ਟਾਈਪ ਹੋ ਗਿਆ। ਹਾਲਾਂਕਿ ਅਰਥ ਸਪਸ਼ਟ ਹੋਣ ਨਾਲ ਵੀ ਪੂਰੀ ਗੱਲ ਨਹੀਂ ਬਣਦੀ, ਉਸਦੇ ਅੱਗੇ ਵੀ ਜਾਣਾ ਹੁੰਦਾ ਹੈ। ਜੋ ਤੁਸੀਂ ਅਰਥ ਪਤਾ ਕੀਤੇ ਉਸਨੂੰ ਆਪਣੇ ਜੀਵਨ ਵਿੱਚ ਉਤਾਰਨਾ ਵੀ ਹੁੰਦਾ ਹੈ। ਮੇਰਾ ਇੱਕ ਮਿੱਤਰ ਸੀ, ਉਸਨੇ ਮੈਨੂੰ ਕਿਹਾ ਕਿ ਮੈਂ 2 ਘੰਟੇ ਪਾਠ ਸੁਣਿਆ, ਅਤੇ ਜਦੋਂ ਮੈਂ ਉਸਨੂੰ ਪੁੱਛਿਆ ਕਿ 2 ਘੰਟੇ ਸੁਣੇ ਪਾਠ ਦੇ ਅਰਥ ਤੈਨੂੰ ਪਤਾ ਸੀ, ਉਸਨੇ ਆਖਿਆ ਨਹੀਂ। ਤਾਂ ਧੁਨੀ, ਕੇਵਲ ਧੁਨੀ ਸੁਣੇ ਦਾ ਕੀ ਫਾਇਦਾ? ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਤੁਹਾਡੇ ਨਜ਼ਦੀਕ ਕਰਾਂ, ਤੁਹਾਡਾ ਚਿਹਰਾ ਤੁਹਾਡੇ ਵੱਲ ਕਰਾਂ, ਕਿਉਂਕਿ ਅਸਲ ਸੂਰਜ ਵੱਲ ਤਾਂ ਤੁਸੀਂ ਪਿੱਠ ਕਰਕੇ ਬੈਠੇ ਹੋ। ਤੁਸੀਂ ਕੇਵਲ ਪਰਛਾਈ ਵੇਖ ਰਹੇ ਹੋ, ਜੋ ਕੇਵਲ ਤੇ ਕੇਵਲ ਭਰਮ ਹੈ। ਧਰਮ ਤੋਂ ਭਾਵ ਕੀ ਹੈ? ਧਰਮ ਤੋਂ ਭਾਵ ਹੈ ਜਾਣਨਾ, ਸਮਝਣਾ, ਖੋਜ ਕਰਨਾ, ਬੋਧ, ਚਿੰਤਨ ਕਰਨਾ। ਧਰਮ ਤੋਂ ਭਾਵ ਅੰਨਾ ਵਿਸ਼ਵਾਸ ਨਹੀਂ ਹੁੰਦਾ। ਧਰਮ ਤੋਂ ਭਾਵ ਹੈ ਨਾ ਸਮਝੀ ਤੁਹਾਡੇ ਅੰਦਰੋਂ ਹਟੇ ਅਤੇ ਅੰਦਰ ਹੋਸ਼ ਪੈਦਾ ਹੋ, ਬੋਧ ਪੈਦਾ ਹੋ। ਇਹ ਅਸਲ ਧਰਮ ਹੈ। ਚੁੱਪਚਾਪ ਪੁਰਾਣੀ ਰੀਤ, ਪੁਰਾਣੇ ਪਾਖੰਡ ਨੂੰ ਦੁਹਰਾਉਣਾ ਧਰਮ ਨਹੀਂ ਹੁੰਦਾ।
ਜਿਹੜੇ ਧਾਰਮਿਕ ਸ਼ਬਦ ਹਨ, ਸ਼ਲੋਕ ਹਨ, ਉਹ ਅਨਮੋਲ ਪਹਿਲਾਂ ਵੀ ਸੀ, ਅੱਜ ਵੀ ਨੇ। ਇਸ ਕਰਕੇ ਉਹਨਾਂ ਸ਼ਲੋਕਾਂ ਦੇ ਅਰਥ ਅੱਜ ਦੀ ਹੀ ਭਾਸ਼ਾ ਵਿੱਚ ਕਹਿਣੇ ਚਾਹੀਦੇ ਨੇ, ਤਾਂ ਜੋ ਆਸਾਨੀ ਨਾਲ ਸਮਝ ਲੱਗ ਸਕਣ। ਜੇਕਰ ਚਾਹੁੰਦੇ ਹੋ ਕਿ ਉਹ ਸ਼ਲੋਕਾਂ ਦੀਆਂ ਗੱਲਾਂ ਅੱਜ ਦਾ ਮਨ ਸਮਝੇ, ਤਾਂ ਉਹਨਾਂ ਸ਼ਬਦਾਂ ਨੂੰ ਅੱਜ ਦੀ ਹੀ ਭਾਸ਼ਾ ਵਿੱਚ ਅਨੁਵਾਦ ਕਰਕੇ ਜਾਂ ਕਰਵਾ ਕੇ ਤੇ ਜ਼ਿੰਦਗੀ ਵਿੱਚ ਉਹਨਾਂ ਸ਼ਬਦਾਂ ਨੂੰ ਲਾਗੂ ਕਰਕੇ ਸਮਝਣ ਦੀ ਕੋਸ਼ਿਸ਼ ਕਰੋ। ਭਾਸ਼ਾ ਵੀ ਅੱਜ ਦੀ ਹੋ, ਭਾਵੇਂ ਸੰਖੇਪ ਵੀ ਅੱਜ ਦਾ ਹੋ, ਲੋੜਾਂ ਵੀ ਅੱਜ ਦੀਆਂ ਹੋਣ, ਉਦੋਂ ਆਏਗਾ ਮਜ਼ਾ। ਗ੍ਰੰਥ ਸ਼ਾਸਤਰ ਦੀਆਂ ਗੱਲਾਂ ਹਰ ਸਮੇਂ ਵਿੱਚ ਲਾਗੂ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਹਰ ਗ੍ਰੰਥ, ਹਰ ਸ਼ਾਸਤਰ ਵਿੱਚ ਸਾਡੇ ਮਨ ਦਾ ਸੰਖੇਪ ਹੈ, ਸਾਡੇ ਮਨ ਦੀਆਂ ਮੁਸ਼ਕਿਲਾਂ ਦਾ ਹੱਲ ਲਿਖਿਆ ਹੈ। ਗ੍ਰੰਥ ਸ਼ਾਸਤਰ ਵਿੱਚ ਦੁੱਖਾਂ ਬਾਰੇ ਲਿਖਿਆ ਹੈ, ਦਰਦਾਂ ਬਾਰੇ ਲਿਖਿਆ ਹੈ, ਮੋਹ ਬਾਰੇ ਲਿਖਿਆ ਹੈ, ਮੌਤ ਬਾਰੇ ਲਿਖਿਆ ਹੈ, ਵਿਛੋੜੇ ਬਾਰੇ ਲਿਖਿਆ ਹੈ। ਤੇ ਹਰ ਮੁਸ਼ਕਿਲ ਮਨੁੱਖਾ ਜੀਵਨ ਵਿੱਚ ਆਉਂਦੀ ਹੀ ਹੈ। ਮੁਸ਼ਕਿਲਾਂ ਕਦੇ ਖਤਮ ਨਹੀਂ ਹੁੰਦੀਆਂ। ਇਸ ਕਰਕੇ ਹੀ ਗ੍ਰੰਥ ਸ਼ਾਸਤਰ ਦੀਆਂ ਹਰ ਗੱਲਾਂ ਹਰ ਸਮੇਂ ਵਿੱਚ ਲਾਗੂ ਹੁੰਦੀਆਂ ਨੇ। ਆਖੇ ਗਏ ਸ਼ਲੋਕ ਜੇਕਰ ਉਦੋਂ ਵੀ ਸੱਚ ਸੀ ਤਾਂ ਉਹ ਅੱਜ ਵੀ ਸੱਚ ਹੋਣਗੇ। ਪਰ ਅਸੀਂ ਇਹਨਾਂ ਸ਼ਬਦਾਂ ਨੂੰ ਮਿਊਜ਼ੀਅਮ ਦੀ ਵਸਤੂ ਬਣਾ ਕੇ ਰੱਖ ਦਿੱਤਾ ਕਿ ਬਸ ਕੇਵਲ ਇਸ ਨੂੰ ਵੇਖੋ, ਮੱਥਾ ਟੇਕੋ, ਪਰ ਨੇੜੇ ਨਾ ਜਾਓ। ਉਸ ਨੂੰ ਆਪਣੇ ਜੀਵਨ ਦਾ ਹਿੱਸਾ ਨਾ ਬਣਾਓ। ਉਸ ਨੂੰ ਰੋਜ਼ਮर्रा ਕੰਮ 'ਚ ਆਉਣ ਵਾਲੀ ਚੀਜ਼ ਵਿੱਚ ਸ਼ਾਮਲ ਨਾ ਕਰੋ, ਕਿਉਂਕਿ ਮਿਊਜ਼ੀਅਮ ਦੀ ਚੀਜ਼ ਇਸਤੇਮਾਲ ਥੋੜ੍ਹੀ ਕੀਤੀ ਜਾਂਦੀ ਹੈ। ਕਦੇ ਕਦਾਈ ਜਾਂਦੇ ਹੋ, ਦੂਰੋਂ ਦੇਖਦੇ ਹੋ। ਅਸੀਂ ਇਸੇ ਤਰ੍ਹਾਂ ਆਪਣੇ ਵਿਚਾਰਕਾਂ ਨੂੰ, ਆਪਣੇ ਪੁਰਾਣਿਕ ਸ਼ਾਸਤਰਾਂ ਨੂੰ ਇੱਕ ਮਿਊਜ਼ੀਅਮ ਦੀ ਵਸਤੂ ਬਣਾ ਕੇ ਰੱਖ ਦਿੱਤਾ। ਇਸ ਲਈ ਉਹਨਾਂ ਮੰਤਰਾਂ ਨੂੰ, ਉਹਨਾਂ ਸ਼ਲੋਕਾਂ ਨੂੰ ਸਮਝੋ ਤੇ ਆਪਣੀ ਜ਼ਿੰਦਗੀ ਵਿੱਚ ਉਤਾਰੋ। ਗ੍ਰੰਥ ਸ਼ਾਸਤਰਾਂ ਵਿੱਚ ਕੀਤੀਆਂ ਗੱਲਾਂ, ਉਹਨਾਂ ਦਾ ਕੀਤਾ ਰਟਨ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਾਵੇਗਾ ਜਦੋਂ ਤੱਕ ਤੁਸੀਂ ਉਹਨਾਂ ਸ਼ਲੋਕਾਂ, ਉਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ, ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦੇ। ਉਦੋਂ ਤੱਕ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਲੋਕ ਦੇ ਸ਼ਬਦ ਓਨੇ ਹੀ ਕੀਮਤੀ ਨੇ ਜਿੰਨੇ ਕੱਲ੍ਹ ਸੀ, ਓਨੇ ਹੀ ਕੀਮਤੀ 100 ਸਾਲ ਬਾਅਦ ਹੋਣਗੇ ਜਿੰਨੇ ਅੱਜ ਨੇ, ਕਿਉਂਕਿ ਮਨ ਤਾਂ ਮਨ ਹੈ ਨਾ। ਸਭ ਸ਼ਲੋਕ ਮਨ ਦੇ ਹੀ ਬਾਰੇ ਨੇ। ਸਭ ਕੁਝ ਬਦਲਿਆ ਪਰ ਮਨ ਨਹੀਂ ਬਦਲਿਆ। ਇਨਸਾਨ ਦਾ ਮਨ ਅਜੇ ਵੀ ਉਸੇ ਤਰ੍ਹਾਂ ਹੀ ਹੈ। ਇਨਸਾਨ ਪਹਿਲਾਂ ਵੀ ਸੰਗਦਾ ਸੀ, ਅੱਜ ਵੀ ਸੰਗਦਾ ਹੈ। ਇਨਸਾਨ ਪਹਿਲਾਂ ਵੀ ਡਰਦਾ ਸੀ, ਅੱਜ ਵੀ ਡਰਦਾ ਹੈ। 1000 ਸਾਲ ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ, ਅੱਜ ਵੀ ਲੜਾਈਆਂ ਹੁੰਦੀਆਂ ਨੇ। 1000 ਸਾਲ ਪਹਿਲਾਂ ਜਿਹੜੀ ਬਿਮਾਰੀਆਂ ਦਾ ਹੱਲ ਦੱਸਿਆ ਜਾਂਦਾ ਸੀ, ਉਹ ਅੱਜ ਵੀ ਉਸੇ ਤਰ੍ਹਾਂ ਹੀ ਕਾਰਗਰ ਨੇ। ਇਹ ਚੀਜ਼ ਨੂੰ ਸਮਝੋ। ਦੁੱਖ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਸ਼ਲੋਕ ਮੰਤਰ ਪਾਠ ਪੜ੍ਹੇ ਜਾਂਦੇ ਨੇ, ਪਰ ਉਸ ਦੇ ਅਰਥ ਕਿਸੇ ਨੂੰ ਨਹੀਂ ਪਤਾ, ਕਿਉਂਕਿ ਕਦੇ ਜ਼ਿੰਦਗੀ 'ਚ ਲਾਗੂ ਹੀ ਨਹੀਂ ਕੀਤਾ। ਰੋਜ਼ ਟੀਵੀ 'ਤੇ ਪਾਠ ਸੁਣਦੇ ਹਾਂ, ਪੂਜਾ ਸੁਣਦੇ ਹਾਂ। ਸੁਣਨ ਦਾ ਫਾਇਦਾ ਕੀ? ਇਸ ਨਾਲ ਕੋਈ ਲਾਭ ਨਹੀਂ ਹੋਣ ਲੱਗਾ। ਜੇਕਰ ਤੁਹਾਨੂੰ ਧੁਨੀ ਸੁਣਨ ਨਾਲ ਪੋਜ਼ੀਟਿਵ ਐਨਰਜੀ ਆਉਂਦੀ ਹੈ, ਤਾਂ ਉਹਨਾਂ ਧੁਨੀ ਵਿੱਚ ਮੌਜੂਦ ਸ਼ਬਦਾਂ ਦੇ ਅਰਥ ਜਾਣ ਕੇ ਤੁਹਾਨੂੰ ਕਿੰਨੀ ਪੋਜ਼ੀਟਿਵ ਐਨਰਜੀ ਆਵੇਗੀ, ਇਹ ਤੁਸੀਂ ਸੋਚ ਸਕਦੇ ਹੋ। ਜ਼ਿੰਦਗੀ ਬਦਲਣ ਲਈ ਪੂਰੇ ਗ੍ਰੰਥ ਦੀ ਲੋੜ ਨਹੀਂ ਪੈਂਦੀ। ਇੱਕ ਸ਼ਲੋਕ ਦਾ ਸ਼ਬਦ ਹੀ ਪੂਰੀ ਜ਼ਿੰਦਗੀ ਬਦਲ ਦਿੰਦਾ ਹੈ। ਇਸ ਲਈ ਸ਼ਲੋਕਾਂ ਨੂੰ, ਮੰਤਰਾਂ ਨੂੰ ਸਮਝਣਾ, ਆਪਣੀ ਜ਼ਿੰਦਗੀ ਵਿੱਚ ਉਤਾਰਨਾ ਹੋਵੇਗਾ। ਇਸੇ ਲਈ ਕਦੇ ਕਦਾਈ ਮੈਂ ਆਖ ਦਿੰਦਾ ਹਾਂ ਕਿ ਗ੍ਰੰਥ ਸ਼ਾਸਤਰਾਂ ਦੀ ਲੋੜ ਨਹੀਂ, ਛੱਡ ਦਿਓ। ਘੱਟ ਤੋਂ ਘੱਟ ਤੁਸੀਂ ਖੁਦ ਕਿਸੇ ਚੀਜ਼ ਦੀ ਇਜਾਦ ਤੇ ਕਰੋਗੇ, ਆਪਣੇ ਵਿੱਚੋਂ ਬੋਧ ਤੇ ਪੈਦਾ ਕਰੋਗੇ। ਪਰ ਅਸੀਂ ਦੋਵਾਂ ਵਿੱਚ ਅਸਫਲ ਹਾਂ। ਨਾ ਅਸੀਂ ਗ੍ਰੰਥ ਸ਼ਾਸਤਰ ਪੜ੍ਹੇ ਨੇ, ਨਾ ਅਸੀਂ ਆਪਣੇ ਆਪ ਵੱਲ ਰੁਖ ਕੀਤਾ ਹੈ।